ठीक है ना। सो सैक्स नाल जुड़ी हुई HIV ठीक है गल तुहाडी, लेकिन कल्ले सैक्स नाल नहीं जुड़ी हुई, मदर टू चाइल्ड भी हो जाती है। माँ अगर पॉजिटिव है तो बच्चे नूं हो जाती है, ब्लड नाल हो जाती है। स्किन सिरिंज शेयरिंग नाल हो जाती है, टैटूइंग नाल भी। वो तो चलो माइनर तरीके हैगे ने, ਤੁਹਾਡੇ ਉਹਦੇ ਨਾਲ ਵੀ ਹੋ ਜਾਂਦੀ ਹੈ। ਜੇ ਕੋਈ ਤੁਸੀਂ ਕਿਸੇ ਦਾ ਬਰੱਸ਼ ਵਰਤ ਲਿਆ ਉਹਦੇ ਨਾਲ ਹੋ ਜਾਏਗੀ, ਜਾਂ ਕਿਸੇ ਜ਼ਖਮੀ ਨੂੰ ਚੁੱਕ ਕੇ ਤੁਸੀਂ ਲੈ ਗਏ, ਹਾਂ ਤੁਹਾਡੇ ਨੇਕੜ ਹੱਥਾਂ ਨਾਲ ਤੁਸੀਂ, ਉਹ ਸਰਜਨ ਨੂੰ, ਡੈਂਟਿਸਟਾਂ ਨੂੰ ਹੋ ਜਾਂਦੀ ਹੈ। ਸਾਡੇ ਮੇਰੇ ਬਹੁਤ ਸਾਰੀਆਂ ਸਟਾਫਾਂ ਨੂੰ ਮੈਂ ਧੂਰੀ ਸੀਗਾ, ਹੈਪੇਟਾਈਟਸ B ਹੋਇਆ 2 ਸਟਾਫ ਨਰਸਾਂ ਨੂੰ, ਇਸੇ ਕਰਕੇ ਵੀ ਉਹ ਸਰਜਰੀ ਥੀਏਟਰ 'ਚ ਕੰਮ ਕਰਦੀਆਂ ਸੀਗੀਆਂ, ਕਈ ਵਾਰੀ ਨੰਗੇ ਹੱਥਾਂ ਨਾਲ ਕੰਮ ਕਰਾ ਦਿੰਦੀਆਂ ਸੀਗੀਆਂ, ਤਾਂ ਉਹ ਹੋਇਆ। ਮੈਨੂੰ ਯਾਦ ਹੈ ਕਿ ਉਹ ਜਦੋਂ ਮੈਂ ਯੰਗ ਸੀਗਾ ਤਾਂ ਮੈਂ ਆਪਣੇ ਨੰਗੇ ਹੱਥਾਂ ਨਾਲ ਬਹੁਤ ਸਾਰੀਆਂ ਵੈਸੈਕਟਮੀਜ਼ ਕੀਤੀਆਂ, ਮੇਲ ਸਟਰਲਾਈਜ਼ੇਸ਼ਨ ਦੇ ਆਪਰੇਸ਼ਨ ਸੀ, ਕਿਉਂਕਿ ਮੈਨੂੰ ਗਲਵਜ਼ ਪਾਉਣੇ, ਉਹ ਜਿਹੜੀ ਨਾੜ ਹੁੰਦੀ ਹੈ ਬੜੀ ਬਰੀਕ ਜਿਹੀ ਹੁੰਦੀ ਹੈ, ਅਤੇ ਗਲਵਜ਼ ਪਾ ਕੇ ਨਾੜ ਲੱਭਦੀ ਬੜੀ ਔਖੀ ਹੁੰਦੀ ਸੀ। ਮੈਂ ਦਫਾ ਕਰੋ, ਮੈਂ ਆਪਣੇ ਚੰਗੀ ਤਰ੍ਹਾਂ ਹੱਥ ਧੋਣੇ, ਅਤੇ ਉਹ ਕਿਉਂਕਿ ਉਹ ਸਰਜਰੀ ਬਹੁਤ ਛੋਟੀ ਸੀਗੀ, ਤਾਂ ਮਿੰਟ 5 ਦੀ ਸਰਜਰੀ ਸੀ ਸਾਰੀ, ਅਤੇ ਆਪਰੇਸ਼ਨ ਜ਼ਿਆਦਾ ਕਰਨੇ ਹੁੰਦੇ ਸੀਗੇ, ਅਤੇ ਜਦੋਂ ਤੁਸੀਂ ਗਲਵਜ਼ ਪਾਏ ਹੁੰਦੇ ਸੀ ਤਾਂ ਲੱਭਦੇ ਹੀ ਉਹ 5-7-10 ਮਿੰਟ ਜ਼ਿਆਦਾ ਲੱਗ ਜਾਂਦੇ ਸੀ। ਅਤੇ ਉਹ ਮਾੜੀ ਜਿਹੀ ਨਾੜ ਫੜੀ, ਉਹ ਕੱਟ ਲਾਇਆ ਅਤੇ ਸਟਿਚ ਕੀਤੇ, ਬੰਨੀ ਨਾੜ ਬੰਨੀ, ਅਤੇ ਚੱਲ, ਅਤੇ ਨੰਗੇ ਹੱਥਾਂ ਨਾਲ ਕਰਦੇ ਰਹੇ ਸੀ। ਉਹਦਾ ਖੂਨ ਵੀ ਲੱਗਦਾ ਸੀਗਾ, ਉਦੋਂ ਕਦੇ ਸੋਚਿਆ ਹੀ ਨਹੀਂ ਸੀਗਾ ਕਿ ਲੇਕਿਨ ਬਾਅਦ 'ਚ ਹੁਣ ਅੱਜ ਸਰਜਨ ਨੇੜੇ ਨਹੀਂ ਲੱਗਣ ਦਿੰਦਾ। ਅੱਜ ਸਰਜਨ ਕਹਿੰਦਾ ਵੀ ਤਿੰਨੇ ਮਾਰਕਰ, ਉਹਦਾ ਨਾਮ ਉਹਨੇ ਰੱਖ ਲਿਆ ਵਾਇਰਲ ਮਾਰਕਰਸ। ਵਾਇਰਲ ਮਾਰਕਰ ਦਾ ਮਤਲਬ B, C ਅਤੇ HIV ਕਰਵਾ ਕੇ ਆਓ, ਉਹਦੇ ਬਿਨਾਂ ਮੇਰੇ ਕਲੀਨਿਕ 'ਚ ਨਹੀਂ ਬਣਨਾ। ਤਾਂ ਉਹ ਜਿਹੜਾ ਇਸ ਹੋਏ ਵਰਤਾਰਾ। ਸੋ ਹੁਣ ਇੱਕ ਗੱਲ ਆ ਗਈ ਆਪਾਂ ਕਿ ਇਹ ਕਿਉਂ ਜ਼ਿਆਦਾ ਵੱਧ ਰਹੀਆਂ ਨੇ, ਵੱਧ ਇਸ ਕਰਕੇ ਜਾ ਰਹੀਆਂ ਨੇ ਕਿ ਇਮਿਊਨਿਟੀ ਡਾਊਨ ਜਾ ਰਹੀ ਹੈ। ਵਾਇਰਸ ਪਹਿਲਾਂ ਵੀ ਸੀਗੀ, ਉਹ ਹੁਣ ਵੀ ਹੈਗੀ ਆ, ਅਤੇ ਇੱਦਾਂ ਹੀ ਰਹਿਣੀ ਆ, ਵਾਇਰਸ ਕਿਤੇ ਨਹੀਂ ਜਾਂਦੀਆਂ। ਸਵਾਲ ਹੈ ਵੀ ਤੁਹਾਡੀ ਇਮਿਊਨਿਟੀ ਕਿੰਨੀ ਹੈ। ਜਿਹੜੀ ਵਾਇਰਸ ਹੈ, ਇਹ ਹੁਣ HIV ਦੀ ਵਾਇਰਸ ਹੈ ਫਾਰ ਐਗਜ਼ਾਮਪਲ, HIV ਵਾਇਰਸ ਕੋਲ ਕਿਤੋਂ ਦੂਰੋਂ ਆਈ, ਥੋੜ੍ਹਾ ਬਾਅਦ 'ਚ ਪਤਾ ਲੱਗਿਆ ਵੀ ਤਾਂ ਬਾਂਦਰਾਂ ਦੀ ਵਾਇਰਸ ਹੈ। ਹਾਂ, ਇਹਨੂੰ SIV ਵਾਇਰਸ ਹੈ ਐਕਚੁਅਲੀ। ਇਹ SIV ਵਾਇਰਸ ਦਾ ਸੀਮੀਅਨ ਇਮਿਊਨੋ ਡੈਫੀਸ਼ੀਐਂਸੀ ਵਾਇਰਸ ਹੈ। SIV ਦੀ ਵਾਇਰਸ ਕੀ ਵਾਇਰਸ ਹੈ, ਜਦੋਂ ਬਾਂਦਰ ਬੁੱਢਾ ਹੋ ਜਾਂਦਾ ਤਾਂ ਉਹ ਜਿਹੜੀ SIV ਦੀ ਵਾਇਰਸ ਹੈ ਉਹਨੂੰ ਉਹਦਾ ਐਂਡ ਨੇੜੇ ਲਿਆਉਣ 'ਚ ਰੋਲ ਪਲੇ ਕਰਦੀ ਹੈ। ਜਦੋਂ ਬੁੱਢਾ ਹੋ ਗਿਆ, ਵੀਕ ਹੋ ਗਿਆ, ਇਮਿਊਨਿਟੀ ਲੋ ਹੋ ਗਈ, SIV ਦੀ ਵਾਇਰਸ ਨੂੰ ਉਹਦੀ ਇਮਿਊਨਿਟੀ ਨੂੰ ਹੋਰ ਲੋ ਕਰ ਦੇਣਾ, ਅਤੇ ਉਹ ਬਾਂਦਰ ਕਿਸੇ ਨਾ ਕਿਸੇ ਬਿਮਾਰੀ ਨਾਲ ਮਰ ਜਾਏਗਾ। ਉਹ ਹੁਣ ਕੀ ਹੋਇਆ ਕਿ ਜਦੋਂ ਟੀਕੇ ਟੂਕੇ ਨਿਕਲੇ, ਬਾਂਦਰਾਂ ਦੀ ਕਿਡਨੀ ਦੇ ਉੱਪਰ ਟੀਕੇ ਬਣਦੇ ਰਹੇ, ਬਹੁਤ ਸਾਰੇ ਟੀਕੇ ਬਾਂਦਰਾਂ ਦੀ ਕਿਡਨੀ 'ਤੇ ਬਣਦੇ ਸੀਗੇ। ਬਾਂਦਰਾਂ ਦੀ ਕਿਡਨੀ ਦੇ ਉੱਪਰ ਬਹੁਤ ਸਾਰੇ ਹੋਰ ਐਕਸਪੈਰੀਮੈਂਟੇਸ਼ਨ ਹੋਏ, ਮਨੁੱਖਾਂ ਨਾਲ ਤਾਲਮੇਲ ਆਇਆ ਬਾਂਦਰ ਪਾਰਟਸ ਦਾ, ਤਾਂ ਉੱਥੋਂ ਕਿਤੇ ਨਾ ਕਿਤੇ ਉਹ ਹਿਊਮਨ ਬੀਇੰਗ 'ਚ ਗਈ, ਹਿਊਮਨ ਬੀਇੰਗ ਥੋੜ੍ਹੀ ਬਹੁਤੀ ਮੋਡੀਫਾਈ ਹੋਈ ਤਾਂ HIV ਬਣ ਗਈ। ਤਾਂ ਬੇਸਿਕਲੀ SIV ਕੀ ਸੀਗੀ? ਅੱਛਾ, SIV ਦੇ 'ਚ ਐਕਸਪੈਰੀਮੈਂਟ ਬਹੁਤ ਹੋਏ ਵੀ SIV ਵਾਇਰਸ ਨੂੰ ਯੰਗ ਬਾਂਦਰ ਨੂੰ ਇੰਜੈਕਟ ਕਰਕੇ ਦੇਖਿਆ ਸਾਇੰਟਿਸਟਾਂ ਨੇ। ਯੰਗ ਬਾਂਦਰ ਨੂੰ 2 ਦਿਨ ਬੁਖਾਰ ਹੋਇਆ ਅਤੇ ਜਦੋਂ ਵਾਇਰਸ ਗਾਇਬ। ਇਹਦਾ ਮਤਲਬ ਹੈ ਉਹ ਜਿਹੜਾ ਆਪਾਂ ਗੱਲ ਕਰਦੇ ਸ਼ਿਵ ਰੋਲ, ਜਿਹੜਾ ਕਿ ਸ਼ਿਵ ਰੋਲ ਹੈ ਇਹਨਾਂ ਕੋਲ, ਕਿ ਜਦੋਂ ਤੁਹਾਡਾ ਪੀਰੀਅਡ, ਤੁਹਾਡੀ ਉਮਰ ਪੂਰੀ ਹੋ ਜਾਂਦੀ ਹੈ ਤਾਂ ਫਿਰ ਤੁਹਾਡੇ ਅੰਤਲਾ ਜਿਹੜਾ ਪੀਰੀਅਡ ਹੁੰਦਾ ਉਹਨੂੰ ਇਹ ਕੰਪਲੀਟ ਕਰਦੇ ਆ। ਤੁਹਾਨੂੰ ਉਹ ਮਿੱਟੀ 'ਚ ਮਿੱਟੀ, ਪਾਣੀ 'ਚ ਪਾਣੀ, ਅਤੇ ਹਵਾ 'ਚ ਹਵਾ, ਅਤੇ 5 ਤੱਤਾਂ 'ਚ ਮਿਲਾਉਣ ਦਾ ਕੰਮ ਕਰਦੇ ਆ। ਉਦੋਂ ਇਹ ਵਾਇਰਸ ਦਾ ਰੋਲ ਹੋ ਜਾਂਦਾ। ਜਦੋਂ ਆਪਾਂ ਬਾਂਦਰ ਬੁੱਢਾ ਹੋ ਗਿਆ, ਉਹਦੀ ਉਮਰ ਪੂਰੀ ਹੋ ਗਈ, ਹੁਣ ਉਹ ਜਿਹੜੀ SIV ਵਾਇਰਸ ਸੀਗੀ ਉਹਨੂੰ ਉਹਦਾ ਐਂਡ ਨੇੜੇ ਲਿਆਉਣ 'ਚ ਹੈਲਪ ਰੋਲ ਪਲੇ ਕਰਦੀ ਹੈ। ਉਹ ਸ਼ਿਵ ਦਾ ਰੋਲ ਆ ਉਹ। ਤਾਂ ਉਹ ਜਿਹੜਾ ਕਿਤੇ ਨਾ ਕਿਤੇ ਜਿਹੜਾ ਆਪਾਂ ਜਿਹੜੀ ਐਕਸਪਲੇਨ ਹੁੰਦੀ ਹੈ ਕਿ ਇਹ ਜਿਹੜੀਆਂ ਐਪੀਡੈਮਿਕ ਫਾਰਮ 'ਚ ਕਿਉਂ ਨੇ। ਹੁਣ ਆਪਾਂ ਅੱਗੇ ਆ ਜਾਈਏ ਕਿ ਇਹ ਹੁਣ ਤਰੀਕਾ ਕੀ ਹੈ ਇਹਨਾਂ ਦੀ ਐਪੀਡੈਮਿਕ ਨੂੰ ਕੰਟਰੋਲ ਕਰਨ ਦਾ, ਅਦਰਵਾਈਜ਼ ਲੰਬੀ ਹੋ ਜਾਏਗੀ ਬਹੁਤ। ਫਿਰ ਤਾਂ ਤਰੀਕਾ ਕੀ ਹੈ ਕਿ ਹੁਣ ਆਪਾਂ ਐਪੀਡੈਮਿਕ ਫਾਰਮ ਤਾਂ ਹੋ ਰਹੀਆਂ ਨੇ, ਦਹਿਸ਼ਤ ਬਹੁਤ ਫੈਲੀ ਹੋਈ ਹੈ, C ਦੀ ਬਹੁਤ ਦਹਿਸ਼ਤ ਹੈ। ਹਾਲਾਂਕਿ ਉਹਦੀ ਟਰੀਟਮੈਂਟ ਆ ਗਈ ਹੈ, ਲੇਕਿਨ ਟਰੀਟਮੈਂਟ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਵਾਇਰਸ ਦੀ ਐਂਟੀਵਾਇਰਲ ਡਰੱਗ ਖਾ ਲਈ ਅਤੇ ਮੁੜ ਕੇ ਤੁਹਾਨੂੰ ਹੋਏਗੀ ਨਹੀਂ। ਐਂਟੀਵਾਇਰਲ ਡਰੱਗ ਦੀਆਂ ਆਪਣੀਆਂ ਪ੍ਰੋਬਲਮਸ ਨੇ। B ਦੀ ਕੋਈ ਟਰੀਟਮੈਂਟ ਹੈ ਹੀ ਨਹੀਂ ਗੀ ਬਹੁਤੀ। ਐਂਟੀਵਾਇਰਲ ਡਰੱਗਸ ਲੰਬਾ ਸਮਾਂ HIV ਦੀ ਜਿਹੜੀਆਂ ਡਰੱਗਸ ਨੇ ਉਹਦੀਆਂ ਬੜੀਆਂ ਪ੍ਰੋਬਲਮ ਨੇ। ਤੁਸੀਂ ਦਿਓ ਸਾਲ 2 ਸਾਲ 3 ਸਾਲ ਬਾਅਦ ਉਹ ਡਰੱਗਸ ਇਨਫੈਕਟਿਵ ਹੋ ਜਾਂਦੀਆਂ ਨੇ, ਫਿਰ ਨਵੀਂ ਸੈਕਿੰਡ ਲਾਈਨ ਪਾਉਣੀ ਪੈਂਦੀ ਹੈ। ਸੈਕਿੰਡ ਲਾਈਨ ਬਹੁਤ ਮਹਿੰਗੀ ਹੈ, ਬਹੁਤ ਟੌਕਸਿਕ ਹੈ, ਫਿਰ ਉਹ ਵੀ ਖਰਾਬ ਹੋ ਜਾਂਦੀ ਹੈ। ਅਤੇ HIV ਦੇ ਜਿਹੜੇ ਪੇਸ਼ੈਂਟ ਨੇ ਉਹ 10 15 20 30 ਸਾਲ ਪਹਿਲਾਂ ਆਪਣੀ ਉਮਰ ਭੁਗਤਣ ਤੋਂ ਮਰ ਜਾਂਦੇ ਆ। ਸੇਮ C ਅਤੇ B ਦਾ ਹੁੰਦਾ। C ਅਤੇ B ਦੀ ਇਹ ਪ੍ਰੋਬਲਮ ਹੈ ਵੀ C ਅਤੇ B ਜੇ ਤੁਹਾਨੂੰ ਹੋ ਗਈ ਤਾਂ C ਅਤੇ B ਨੇ ਤੁਹਾਨੂੰ ਕੁਛ ਨਹੀਂ ਕਹਿਣਾ ਬਾਹਲਾ,
ਲੇਕਿਨ ਉਹ ਤੁਹਾਡੇ ਲਿਵਰ ਨੂੰ ਹੌਲੀ ਹੌਲੀ ਡੈਮੇਜ ਕਰਨਗੇ ਪਹਿਲਾਂ ਫੈਟੀ ਲਿਵਰ ਹੋਏਗਾ, ਫਿਰ ਉਹਦੀ ਇਨਫਲੇਮੇਸ਼ਨ ਹੋਣੀ ਸ਼ੁਰੂ ਹੋ ਜਾਏਗੀ, ਫਿਰ ਉਹ ਫਾਈਬਰੋਸਿਸ ਹੋਣੀ ਸ਼ੁਰੂ ਹੋ ਜਾਏਗੀ, ਫਿਰ ਉਹ ਸਿਰੋਸਿਸ ਬਣ ਜਾਏਗਾ, ਫਿਰ ਉਹ ਕੈਂਸਰ ਬਣ ਜਾਏਗਾ ਅਲਟੀਮੇਟਲੀ। ਉਹਦੇ 'ਤੇ ਆਪਾਂ ਅਗਲੀ ਵੀਡੀਓ ਮੇਰੇ ਖਿਆਲ 'ਤੇ ਕਰ ਲਾਂਗੇ ਆਪਾਂ ਕਿ ਉਹ ਕਿਹੜੀ ਸਟੇਜਾਂ 'ਚੋਂ ਲੰਘ ਕੇ ਅੱਜ ਫੈਟੀ ਲਿਵਰ ਕਿਉਂ ਜ਼ਿਆਦਾ ਹੋ ਰਿਹਾ, ਅੱਜ ਜਿਹੜਾ ਨੈਸ਼ ਜਿਹੜੀ ਹੈ ਨੋਨ ਅਲਕੋਹਲਿਕ ਜਿਹੜੀ ਸਟੀਟ ਲਿਵਰ ਡਿਜ਼ੀਜ਼ ਜਿਹੜੀ ਹੋ ਰਹੀ ਹੈ ਉਹ ਕਿਉਂ ਹੋ ਰਹੀ ਹੈ, ਕਿਉਂ ਲਿਵਰ ਕੈਂਸਰ ਵੱਧ ਰਿਹਾ। ਨੈਕਸਟ ਆਪਾਂ ਐਪੀਡੈਮਿਕ ਉਹ ਕਰ ਲਾਂਗੇ। ਤਾਂ ਆਪਾਂ ਹੁਣ ਅੱਜ BC ਤੇ HIV ਦੀ ਜਿਹੜੀ ਗੱਲ ਕਰ ਰਹੇ ਹਾਂ ਕਿ ਇਹ ਜਿਹੜੀ ਐਪੀਡੈਮਿਕ ਹੋ ਰਹੀ ਹੈ, ਚਾਹੇ ਉਹ B ਤੇ C ਦੀ ਐਪੀਡੈਮਿਕ ਆ ਰਹੀ ਹੈ ਫੈਟੀ ਲਿਵਰ ਦੀ ਸ਼ਕਲ 'ਚ ਜਾਂ ਜਿਹੜੀ ਲਿਵਰ ਸਰੋਸਿਸ ਦੀ ਸ਼ਕਲ 'ਚ, ਜਾਂ ਕਰੋਨਿਕ ਹੈਪੇਟਾਈਟਿਸ ਹੋ ਰਹੀ, ਜਿਹੜੀ ਕਰੋਨਿਕ ਐਕਟਿਵ ਹੈਪੇਟਾਈਟਿਸ ਕਹਿੰਦੇ ਉਹਨੂੰ, ਕਿ ਕਰੋਨਿਕ ਹੈਪੇਟਾਈਟਿਸ ਹੋ ਜਾਂਦੀ ਹੈ, ਯਾਨੀ ਕਿ ਉਹ ਅਕਿਊਟ ਬਹੁਤ ਜ਼ਿਆਦਾ ਜੌਂਡਿਸ ਨਹੀਂ ਹੁੰਦੀ, ਲੇਕਿਨ ਭੁੱਖ ਜੀ ਮਰ ਗਈ, ਕਮਜ਼ੋਰੀ ਜੀ ਹੋ ਰਹੀ ਹੈ, ਫਾਈਬਰੋਮਾਈਲਜੀਆ ਹੋ ਰਿਹਾ ਹੈ, ਖਾਣ ਨੂੰ ਜੀ ਨਹੀਂ ਕਰਦਾ, ਕੰਮ ਕਰਨ ਨੂੰ ਜੀ ਨਹੀਂ ਕਰਦਾ, ਇੱਦਾਂ ਦਾ ਹੁੰਦੇ ਸਿੰਪਟਮ। ਲਿਵਰ ਫੰਕਸ਼ਨ ਟੈਸਟ ਕਰਾਓ ਤਾਂ ਥੋੜ੍ਹੇ ਲਿਵਰ ਫੰਕਸ਼ਨ ਖਰਾਬ ਨਿਕਲਣਗੇ, ਫਿਰ ਫਾਈਬਰੋ ਸਕੈਨ ਕਰਾਓ ਤਾਂ ਫਾਈਬਰੋਸਿਸ ਨਿਕਲੇਗਾ, ਅਲਟੀਮੇਟਲੀ ਸਿਰੋਸਿਸ ਹੋ ਜਾਏਗਾ, ਫਿਰ ਲਿਵਰ ਕੈਂਸਰ ਹੋ ਜਾਏਗਾ। ਤੋ ਇਹ B ਤੇ C ਦਾ ਅਸਰ ਹੁੰਦਾ। HIV ਵਾਲਿਆਂ ਨੂੰ ਕੀ ਹੁੰਦਾ ਕਿ HIV ਵਾਲਿਆਂ ਦੀ ਜਿਹੜੀ ਹੈ ਉਹਨਾਂ ਨੂੰ HIV ਦਾ ਕੀ ਹੁੰਦਾ ਕਿ ਉਹਦੀ ਇਮਿਊਨਿਟੀ ਲੋ ਹੋ ਜਾਂਦੀ ਹੈ, ਅਤੇ ਉਹਨੂੰ ਜਿਹੜੀ ਮਾੜੀ ਮੋਟੀ ਇਨਫੈਕਸ਼ਨ ਵੀ ਲੱਗ ਗਈ ਕਿਤੇ, ਉਹਨੂੰ ਮੰਨ ਲਓ ਡਾਇਰੀਆ ਲੱਗ ਗਿਆ, ਆਮ ਬੰਦੇ ਨੂੰ ਤਾਂ 1-2 ਦਿਨ ਠੀਕ ਹੋ ਜਾਂਦਾ। ਅੱਬਲ ਤਾਂ ਪਹਿਲੀ ਗੱਲ ਤਾਂ ਉਹ ਬਹੁਤੀ ਵਾਰੀ ਉਹ ਬੈਕਟੀਰੀਆ ਵਾਇਰਸ ਆਮ ਬੰਦੇ ਨੂੰ ਕੁਝ ਵੀ ਨਹੀਂ ਕਹਿੰਦੇ, ਉਹਨੂੰ ਪਤਾ ਵੀ ਨਹੀਂ ਲੱਗਦਾ ਵੀ ਮੇਰੇ ਅੰਦਰ ਵੜ ਗਏ, ਲੇਕਿਨ HIV ਵਾਲੇ ਨੂੰ ਉਹ ਬਹੁਤ ਗੰਭੀਰ ਬਿਮਾਰੀ ਬਣ ਜਾਏਗੀ। ਜ਼ੁਕਾਮ ਨਾਲ ਵੀ ਉਹਦਾ ਕੰਮ, ਜ਼ੁਕਾਮ ਨਮੂਨੀਆ ਬਣ ਜਾਏਗਾ ਜੀ। ਤਾਂ ਇਹ ਸਾਰੇ ਦਾ ਸਾਰਾ ਵਰਤਾਰਾ ਜਿਹੜਾ ਕਿਤੇ ਨਾ ਕਿਤੇ ਬਹੁਤ ਖਤਰਨਾਕ ਵਰਤਾਰਾ, ਤਿੰਨਾਂ ਨੇ ਬੜੀ ਭਿਅੰਕਰ ਕਿਸਮ ਦੀ ਜਿਹੜੀ ਹੈ ਉਹ ਮਨੁੱਖਤਾ ਦੇ ਖਿਲਾਫ ਜਿਹੜੀ ਦੁੱਖ ਦਰਦ ਔਰ ਪ੍ਰੀਮੈਚੁਰ ਡੈਥ, ਠੀਕ ਹੈ, ਬਿਮਾਰੀ ਕਰੋਨਿਕ ਤੌਰ 'ਤੇ ਬਿਮਾਰ ਬੰਦਾ ਸਾਰੀ ਉਮਰ ਦੁੱਖ ਭੋਗ ਰਿਹਾ ਉਹ ਫਿਰ ਉਹ ਸਮੇਂ ਤੋਂ ਪਹਿਲਾਂ ਕੋਈ 10 ਸਾਲ, ਕੋਈ 20 ਸਾਲ, ਕੋਈ 30 ਸਾਲ ਮਰ ਰਿਹਾ। ਜਦੋਂ ਮੈਨੂੰ ਇਹ ਗੱਲ ਸਮਝ ਆਉਣੀ ਸ਼ੁਰੂ ਹੋਈ ਹੋਲਿਸਟਿਕ ਹੈਲਥ ਵਾਲੀ, ਮੈਨੂੰ ਉਦੋਂ ਸਮਝ ਜ਼ਿਆਦਾ ਆਈ ਜਦੋਂ ਮੈਂ ART ਸੈਂਟਰ 'ਚ ਕੰਮ ਕਰਦਾ ਸੀਗਾ, ਅਤੇ ਮੈਂ ਮਰੀਜ਼ਾਂ ਨੂੰ ਬੜੇ ਕੌਨਫੀਡੈਂਸ ਨਾਲ ਕਹਿੰਦਾ ਸੀ, ਔਰ ਮੇਰਾ ਸਟਾਫ ਵੀ ਸਾਰਾ ਕਹਿੰਦਾ ਸੀ, ਮੈਂ ਨਹੀਂ ਸੀ ਇਕੱਲਾ ਕਹਿੰਦਾ, ਸਟਾਫ ਨੂੰ ਇੰਨਾ ਕੌਨਫੀਡੈਂਸ ਹੋ ਗਿਆ ਸੀਗਾ, ਜਿਵੇਂ ਤੁਸੀਂ ਹੁਣ ਦੇਖਿਆ ਸਟਾਫ ਨੂੰ ਕੌਨਫੀਡੈਂਸ ਹੈ, ਉਦੋਂ ਸਟਾਫ ਕੌਨਫੀਡੈਂਸ ਨਾਲ ਕਹਿੰਦਾ ਸੀ ਵੀ ਤੁਸੀਂ ਦਵਾਈ ਖਾ ਲਓ, ਦਵਾਈ ਦੇ ਨਾਲ ਆਹ ਚੀਜ਼ਾਂ ਨਾਲ ਹੋਰ ਕਰ ਲਓ। ਉਸੇ ਸਾਰੀ ਦੱਸਦੇ ਸੀ ਡਾਇਟ ਕੀ ਖਾਣੀ ਹੈ, ਮੈਡੀਸਨਲ ਪਲਾਂਟ ਨਿੰਮ ਕਿੱਦਾਂ ਖਾਣੀ ਹੈ, ਗਲੋ ਕਿੱਦਾਂ ਖਾਣੀ ਹੈ, ਇਹ ਨਾਲ ਦੱਸਦੇ। ਤੁਹਾਨੂੰ ਅਸੀਂ ਗਰੰਟੀ ਦਿੰਦੇ ਹਾਂ ਕਿ ਨਾ ਇਹ ਬਿਮਾਰੀ ਨਾ ਤੁਹਾਨੂੰ ਬਿਮਾਰ ਕਰ ਸਕੇ, ਨਾ ਤੁਹਾਡੀ ਉਮਰ ਘਟਾ ਸਕੇ। ਪੋਜ਼ੀਟਿਵ ਰਹੋਗੇ ਤੁਸੀਂ, ਲੇਕਿਨ ਇਹ ਤੁਹਾਡੀ ਨਾ ਤਾਂ ਉਮਰ ਘਟਾ ਸਕਦੀ ਹੈ ਨਾ ਇਹ। ਔਰ ਅਸੀਂ ਇੰਨੇ ਕੌਨਫੀਡੈਂਸ ਨਾਲ ਕਹਿੰਦੇ ਸੀ ਕਿ ਪੇਸ਼ੈਂਟ ਨੂੰ ਵਾਕਿਆ ਹੀ ਜਚਾ ਕੇ ਭੇਜਦੇ ਸੀ, ਔਰ ਪੇਸ਼ੈਂਟ ਸਾਡਾ ਚੜ੍ਹਦੀ ਕਲਾ 'ਚ ਹੋ ਜਾਂਦਾ ਸੀ। ਅਸੀਂ ਇਹੋ ਜਿਹੇ ਪੇਸ਼ੈਂਟ ਚੱਕੇ ਜਿਹੜੇ ਬਿਲਕੁਲ ਲੱਗਦਾ ਸੀ ਵੀ ਗਏ, ਉਹ ਸਾਈਕੋਲੋਜੀਕਲੀ ਥੋੜ੍ਹਾ ਬੂਸਟਅਪ ਕੀਤਾ, ਨਾਲ ਉਹਨੂੰ ਜਿਹੜਾ ਦੂਜੀ ਦਵਾਈ ਵੀ ਪਾਈ ਹੋਈ ART ਸੈਂਟਰ ਵਾਲੀ ਵੀ, ਅਤੇ ਨਾਲ ਉਹਨੂੰ ਹੋਲਿਸਟਿਕ ਦਿੱਤਾ। ਤਾਂ ਦੇਖਦਿਆਂ ਪੇਸ਼ੈਂਟ ਕੁਝ ਦਾ ਕੁਝ ਹੋ ਜਾਂਦਾ ਸੀਗਾ। ਉਹ ਵੀ ਤਾਂ ਬੜੇ ਮਿਰੇਕਲ ਹੁੰਦੇ ਸੀਗੇ। ਮੈਨੂੰ ਅੱਜ ਵੀ ਯਾਦ ਹੈ ਕਿ ਪੇਸ਼ੈਂਟ ਪੂਰਾ ਸਰੀਰ ਦਾ ਭਰਿਆ ਪਿਆ ਉਹਦੇ ਨਾਲ ਮੌਕਿਆਂ ਨਾਲ। ਇੱਕ ਮੌਕਿਆਂ ਵਰਗੀ ਬਿਮਾਰੀ ਹੋਰ ਹੁੰਦੀ ਹੈ, ਉਹਨੂੰ ਕਹਿੰਦੇ ਮਲਸਕਮ ਕੰਟੇਜੀਅਜ਼ਮ। ਇਹ ਦੋ, ਇੱਕ ਤਾਂ ਮੌਕੇ ਹੁੰਦੇ ਨਾ, ਮੌਕੇ ਤਾਂ ਇਰਰੈਗੂਲਰ ਜਿਹੇ ਹੁੰਦੇ ਆ, ਜੇ ਅਗਰ ਕੋਈ ਛੋਟਾ ਕੋਈ ਵੱਡਾ। ਇੱਕ ਮਲਸਕਮ ਕੰਟੇਜੀਅਜ਼ਮ ਦਾ ਤਾਂ ਗੋਲ ਜਿਹੇ ਬਣਦੇ ਆ, ਉਹ ਵੀ ਵਾਇਰਸ ਹੁੰਦੀ ਹੈ। ਸਾਰਾ ਸਰੀਰ ਉਹਦਾ ਭਰਿਆ ਹੋਇਆ, ਬੜਾ ਦੁਖੀ ਵਿਚਾਰਾ। ਉਹ ਕਹਿੰਦਾ ਜੀ ਆਹ ਕੀ ਹੋ ਗਿਆ। ਉਹ ਤਾਂ ਹੁੰਦਾ ਤਾਂ ਇਮਿਊਨਿਟੀ ਲੋ ਕਰਕੇ ਹੁੰਦਾ। ਇਮਿਊਨਿਟੀ ਲੋ ਆਮ ਬੰਦੇ ਨੂੰ ਨਹੀਂ ਹੁੰਦਾ। ਉਹ ਇਹ ਮੱਸੇ ਤਾਂ ਆਮ ਬੰਦੇ ਨੂੰ ਵੀ ਹੋ ਜਾਂਦੇ ਨਾ, ਉਹ ਆਮ ਬੰਦੇ ਨੂੰ ਨਹੀਂ ਹੁੰਦੇ। ਉਹ ਜਿਹਦੀ ਇਮਿਊਨਿਟੀ ਲੋ ਹੈਗੀ ਉਸੇ ਨੂੰ ਮਿਲਣਗੇ। ਉਹ ਮਲਸਕਮ ਹੋਇਆ ਤਾਂ ਮਲਸਕਮ ਦਾ ਸਾਰਾ ਸਰੀਰ ਭਰਿਆ ਪਿਆ ਉਹਦਾ, ਅਤੇ ਬੜਾ ਡਿਪਰੈਸ ਵਿਚਾਰਾ ਮਰੀਜ਼। ਮੈਂ ਕਹਿੰਦਾ ਜੀ ਡਾਕਟਰ ਸਾਹਿਬ ਕੀ ਬਣੂਗਾ ਇਹਦਾ, ਮੈਂ ਕੀ ਕਰਾਂ ਇਹਦਾ। ਅਤੇ ਮੈਨੂੰ ਸਕਿਨ ਵਾਲੇ ਕਹਿੰਦੇ ਆ ਤੁਸੀਂ ਜੇ ਕੋਈ ਜਿਹੜਾ ਜ਼ਿਆਦਾ ਤੰਗ ਕਰਦਾ ਵੱਡਾ ਉਹਨੂੰ ਉਸੇ ਐਸਿਡ ਨਾਲ ਲਾ ਦਿਓ, ਅਤੇ ਇਹ ਕਰ ਦਿਓ ਅਤੇ ਘਟਾ ਦਿਓ। ਉਹ ਮੈਂ ਕੁਛ ਨਹੀਂ ਲੋੜ, ਤੂੰ ਆਹ ਚੀਜ਼ਾਂ ਕਰ, ਨਾਲ ਇਮਿਊਨਿਟੀ ਬਣਾਉਣ ਵਾਲੀਆਂ ਚੀਜ਼ਾਂ ਖਾ। ਅਸੀਂ ਜੀ ਮਹੀਨੇ ਕੁ ਬਾਅਦ ਆਇਆ ਮਰੀਜ਼। ਉਹ ਮਹੀਨੇ ਕੁ ਬਾਅਦ ਕਹਿੰਦਾ ਡਾਕਟਰ ਸਾਹਿਬ ਇਹ ਘਟ ਰਹੇ ਆ। ਮੈਂ ਕੋਈ ਨਾ ਲੱਗ ਗਿਆ ਤੂੰ। ਦੂਜੇ ਮਹੀਨੇ ਆਇਆ, ਕਹਿੰਦਾ ਜੀ ਵਿਰਲਾ ਰਹਿ ਗਿਆ। ਤੀਜਾ ਮਹੀਨਾ ਆਉਂਦੇ ਹੁੰਦੇ ਸਾਰਾ ਸਾਫ਼ ਟੋਟਲ ਐਂ ਝੜ ਗਏ ਜਿੱਦਾਂ ਕਣਕ ਦੇ ਦਾਣੇ, ਰੇਤ ਦੇ ਦਾਣੇ ਝੜਦੇ ਹੁੰਦੇ। 3 ਮਹੀਨਿਆਂ 'ਚ ਸਰੀਰ ਦਾ ਬਿਲਕੁਲ ਸਾਫ਼। ਹੈ ਉਹ HIV ਪੇਸ਼ੈਂਟ? HIV ਦਾ ਪੇਸ਼ੈਂਟ ਸੀਗਾ, ਲੇਕਿਨ ਉਹ ਜਿਹੜੀ ਵਾਇਰਸ ਤਾਂ ਆਈ ਕਿ ਇਮਿਊਨਿਟੀ ਲੋ ਸੀ। ਜਿੱਦਾਂ ਵੀ ਇਮਿਊਨਿਟੀ ਇੰਪਰੂਵ ਕੀਤੀ, ਨਾਲ ਦੀ ਨਾਲ ਉਹ ਵਾਇਰਸ ਪਹਿਲਾਂ ਗਈ। HIV ਵਾਇਰਸ ਦੀ ਤਾਂ ਬਾਅਦ ਦੀ ਗੱਲ ਹੈ। ਉਹ ਵਾਇਰਸ ਅਤੇ ਸੇਮ ਮੱਸਿਆਂ ਦਾ, ਉਸ ਤੋਂ ਬਾਅਦ ਮੱਸਿਆਂ ਦੇ ਪੇਸ਼ੈਂਟ ਮੈਂ ਬਹੁਤ ਟਰੀਟ ਕੀਤੇ। ਇਮਿਊਨਿਟੀ ਇੰਪਰੂਵ ਕਰੋ, ਨਾਲ ਦੀ ਨਾਲ ਮੱਸੇ ਝੜਨੇ ਸ਼ੁਰੂ ਹੋ ਜਾਂਦੇ ਆ,
ਸਕਿਨ ਵਾਲੇ ਉਹ ਜੀ ਤੇਜ਼ਾਬ ਲਾਓ ਜੀ, ਤੇ ਉਹ ਆਪਾਂ ਕਿਹੜਾ ਐਸਿਡ ਜਾ ਦਿੰਦੇ ਆ, ਉਹ ਬੜੇ ਧਿਆਨ ਨਾਲ ਲਾਇਓ, ਆਸੇ ਪਾਸੇ ਲੱਗਾ ਸੜ ਜਾਏਗੀ, ਤੇ ਉਹਨੂੰ ਬੜੇ ਬੜੇ ਬਰੀਕ ਜੇ ਮਾਚਿਸ ਦੀ ਤੀਲੀ ਨਾਲ ਲਾਉਣਾ ਪੈਂਦਾ। ਜੇ ਬੜਾ ਜਿਹਾ ਸਾਈਡ 'ਤੇ ਲੱਗਾ ਵੱਡਾ ਸਾਰਾ ਛਾਲਾ ਹੋ ਜਾਂਦਾ। ਉਹ ਤੁਸੀਂ ਇਮਿਊਨਿਟੀ ਇੰਪਰੂਵ ਕਰੋ, ਬਸ ਮੱਸੇ ਨਾਲ ਦੀ ਨਾਲ ਗੈਪ ਝੜ ਜਾਂਦੇ ਆ। ਹੁਣ ਇਹ ਜਿਹੜਾ ਤਰੀਕਾ ਹੈ, ਇਹ ਹੈ HIV, ਹੈਪੇਟਾਈਟਸ B ਅਤੇ C ਨੂੰ ਕਿਉਰ ਕਰਨ ਦਾ, ਉਹਨੂੰ ਰਿਵਰਸ ਕਰਨ ਦਾ। ਹੁਣ ਇਹਦੇ 'ਚ ਅਸੀਂ ਨਹੀਂ ਕਹਿੰਦੇ ਤੁਸੀਂ ਦਵਾਈ ਨਾ ਖਾਓ, ਕਿਉਂਕਿ ਜੇ ਦਵਾਈ ਖਾਣੀ ਖਾਓ, ਨਹੀਂ ਖਾਣੀ ਨਾ ਖਾਓ। ਨਹੀਂ ਖਾਓਗੇ ਤਾਂ ਵੀ ਤੁਸੀਂ ਠੀਕ ਹੋ ਜਾਓਗੇ, ਜੇ ਖਾ ਲਓਗੇ ਤਾਂ ਵੀ ਤੁਸੀਂ ਠੀਕ ਹੋ ਜਾਓਗੇ। ਅਸੀਂ ਮਨਾ ਨਹੀਂ ਕਰਦੇ, ਕਿਉਂਕਿ ਸਟੇਟਸ ਬਣ ਚੁੱਕਿਆ ਦਵਾਈਆਂ ਦਾ। ਮਰੀਜ਼ ਡਰਦਾ ਬਹੁਤ ਵੀ ਮੈਂ ਨਾ ਖਾਧੀ ਪਤਾ ਨਹੀਂ ਕੀ ਹੋ ਜਾਏਗਾ, ਇਹ ਜੀ ਉਹ ਜੀ। ਮੇਰੇ ਕੋਲ ਕਿੰਨੇ ਮਰੀਜ਼ ਨੇ HIV ਦੇ ਜਿਨ੍ਹਾਂ ਨੂੰ ਜਾਂ ਤਾਂ ਦਵਾਈ ਸੂਟ ਨਹੀਂ ਸੀ ਕੀਤੀ। ਉੱਥੇ ਵੀ ਮੈਂ ਕਹਿ ਰੱਖਿਆ ਸੀ ਆਪਣੇ ਸਟਾਫ ਨੂੰ ਕਿ ਜਿਸ ਮਰੀਜ਼ ਨੂੰ ਦਵਾਈ ਸੂਟ ਨਾ ਕਰੇ ਉਹਨੂੰ ਆਪਾਂ ਮਾਯੂਸ ਨਹੀਂ ਹੋਣ ਦੇਣਾ, ਉਹਨੂੰ ਵੀ ਆਪਾਂ ਠੀਕ ਕਰਨਾ। ਉਹ ਦੇਖਦੇ ਇਹੋ ਜਿਹੇ ਕਿੰਨੇ ਪੇਸ਼ੈਂਟ ਸੀ, ਮੇਰੇ ਖਿਆਲ 'ਚ ਘੱਟੋ ਘੱਟ 15-20 ਤਾਂ ਮੈਨੂੰ ਯਾਦ ਨੇ, ਜਿਹਨਾਂ ਮਰੀਜ਼ਾਂ ਨੇ ਜਾਂ ਤਾਂ ਦਵਾਈ ਸੂਟ ਨਹੀਂ ਕੀਤੀ ਜਾਂ ਉਹ ਖਾਣਾ ਨਹੀਂ ਸੀ ਚਾਹੁੰਦੇ। ਮੇਰੇ ਕੋਲ ਅੱਜ ਵੀ ਇੱਕ ਮਰੀਜ਼ ਹੈਗਾ, ਬਹੁਤ ਅਮੀਰ ਆਦਮੀ ਹੈ, ਹੁਣ ਵੀ ਦੋਸਤੀ ਹੈ, ਦੋਸਤ ਬਣਿਆ ਹੋਇਆ ਮੇਰਾ ਉਹ, ਅਤੇ ਸ਼ੈਲਰ ਦਾ ਮਾਲਕ ਹੈ। ਹਾਂ, ਅਤੇ ਉਹਨੂੰ ਸੀਗੀ HIV ਪੋਜ਼ੀਟਿਵ ਸੀ, ਅਤੇ ਉਹਨੂੰ ਮੈਂ ਕਿਹਾ ਕਹਿੰਦਾ ਜੀ ਦਵਾਈ ਨਹੀਂ ਖਾਣੀ ਚਾਹੁੰਦਾ ਮੈਂ। ਦਵਾਈ ਮੈਂ ਸੁਣਿਆ ਬੜੀ ਗੰਦੀ ਹੈ, ਸਾਈਡ ਇਫੈਕਟ ਬਹੁਤ ਆਉਂਦੇ ਆ, ਅਤੇ ਬੰਦੇ ਦਾ ਪੱਠਾ ਫਟਾ ਦਿੰਦੀ ਹੈ। ਮੈਂ ਨਾ ਖਾਓ, ਕਹਿੰਦਾ ਠੀਕ, ਮੇਰੇ ਕੋਲ ਬਿਲਕੁਲ ਠੀਕ ਹੋਊਗਾ। ਮੈਂ ਦਵਾਈ ਖਾਧੀ, ਸਿੰਪਟਮ ਤਾਂ ਉਹਦੇ ਮੇਰੇ ਖਿਆਲ 'ਚ 3 ਕੁ ਮਹੀਨੇ 'ਚ ਗਾਇਬ ਹੋ ਗਏ, ਜਿਹੜੇ ਸਿੰਪਟਮ ਆ ਰਹੇ ਸੀਗੇ। ਅਤੇ ਹੌਲੀ ਹੌਲੀ ਉਹਦਾ ਵਾਇਰਲ ਕਾਊਂਟ ਕਰਾਉਣ ਲੱਗ ਗਏ ਸੀ। ਫਿਰ ਵਾਇਰਲ ਕਾਊਂਟ ਆ ਗਿਆ ਬਾਅਦ 'ਚ, ਪਹਿਲਾਂ ਵਾਇਰਲ ਕਾਊਂਟ ਨਹੀਂ ਸੀ ਕਰਦੇ ਹੁੰਦੇ, ਫਿਰ ਵਾਇਰਲ ਕਾਊਂਟ ਕਰਾਉਣ ਲੱਗੇ, ਵਾਇਰਲ ਕਾਊਂਟ ਕਰਾ 0। ਹਾਂ, ਪੋਜ਼ੀਟਿਵ ਸਟੇਟਸ ਨਹੀਂ ਠੀਕ ਹੋਇਆ। ਪੋਜ਼ੀਟਿਵ ਸਟੇਟਸ ਠੀਕ ਹੁੰਦਾ ਨਹੀਂ ਜਲਦੀ, ਕਿਉਂਕਿ ਬਾਡੀ ਜਿਹੜੀ ਹੁੰਦੀ ਹੈ ਨਾ, ਜਿਹੜੀਆਂ ਗੰਦੀਆਂ ਵਾਇਰਸ ਹੁੰਦੀਆਂ, ਉਹਦੀ ਬਾਡੀ ਮੈਮਰੀ ਰੱਖ ਲੈਂਦੀ ਹੈ। ਉਹ ਮੈਮਰੀ ਦੇ ਬੇਸ 'ਤੇ ਐਂਟੀਬਾਡੀ ਬਣਾਈ ਜਾਂਦੀ ਹੈ, ਵਾਇਰਸ ਹੋਵੇ ਨਾ ਹੋਵੇ। ਪਹਿਲਾਂ ਤਾਂ ਵਾਇਰਸ ਗਈ, ਵਾਇਰਸ ਨੇ ਮੈਮਰੀ ਕ੍ਰੀਏਟ ਕੀਤੀ, ਮੈਮਰੀ ਦੇ ਸਿਰ 'ਤੇ ਬਾਡੀ ਐਂਟੀਬਾਡੀ ਬਣਾ ਦਿੰਦੀ ਹੈ। ਹੁਣ ਤੁਸੀਂ ਵਾਇਰਸ ਤਾਂ ਖਤਮ ਹੋ ਗਈ, ਲੇਕਿਨ ਮੈਮਰੀ ਬਾਡੀ ਨੇ ਰੱਖੀ ਹੋਈ ਹੈ। ਜੇ ਉਹ ਮੈਮਰੀ ਬਹੁਤ ਲੰਬਾ ਸਮਾਂ ਬਾਡੀ ਸਾਂਭੀ ਰੱਖੇਗੀ ਤਾਂ ਵਾਇਰਸ ਉਸ ਐਂਟੀਬਾਡੀ ਬਣਾਈ ਜਾਏਗੀ। ਤੁਹਾਨੂੰ ਐਂਟੀਬਾਡੀ ਥੋੜ੍ਹਾ ਕੁਛ ਕਹਿਣਗੀਆਂ, ਤੁਹਾਨੂੰ ਤਾਂ ਵਾਇਰਸ ਨੇ ਕਹਿਣਾ ਵਾਇਰਸ 0। ਕਿੰਨੇ ਸਾਲ ਹੋ ਗਏ ਉਹਨੂੰ ਵਾਇਰਸ 0 ਹੈ, ਵਾਇਰਲ ਕਾਊਂਟ 0। ਫਿਰ ਹੁਣ ਇਹ ਦੱਸੋ ਵੀ ਇਹ ਜਿਹੜੀ ਇਮਿਊਨਿਟੀ ਵਧਾਉਣ ਲਈ ਕੀ ਆਪਣੇ ਦੇਖੋ, ਫੂਡ ਤਾਂ ਜਿਹੜਾ ਆਪਾਂ ਹਰ ਉਹਦੇ 'ਚ ਗੱਲ ਕਰਦੇ ਹਾਂ ਵੀ ਫੂਡ ਆਪਾਂ ਨੂੰ ਚੇਂਜ ਕਰਨਾ ਪਏਗਾ। ਕੱਚਾ ਖਾਣਾ, ਫਰੂਟ ਖਾਣਾ, ਕਣਕ ਚੌਲ, ਜਿਹੜੀਆਂ ਆਹ ਚੀਜ਼ਾਂ ਆਪਾਂ ਨੇ ਬੰਦ ਕਰਨੀਆਂ ਨੇ, ਆਪਾਂ ਹਰ ਵੀਡੀਓ 'ਚ ਦੱਸਦੇ ਹਾਂ। ਇਹ ਆਪਾਂ ਉਹ ਬਿਮਾਰੀਆਂ ਦੀ ਗੱਲ ਕਰ ਰਹੇ ਹਾਂ ਜਿਹੜੀਆਂ ਕਿ ਖਾਸ ਕਰਕੇ ਲੀਵਰ ਨਾਲ ਜਿਹੜੀਆਂ ਨੇ ਕਾਫੀ ਜ਼ਿਆਦਾ ਨੇੜੇ ਹੋ ਕੇ ਲੱਗੀਆਂ ਹੋਈਆਂ ਨੇ, ਅਤੇ ਬਲੱਡ ਦੇ ਨਾਲ ਵਿੱਚੋਂ ਜਿਹੜੀਆਂ ਇਹ ਟਰਾਂਸਫਰ ਹੁੰਦੀਆਂ ਨੇ। ਕੁਛ ਇਹੋ ਜਿਹਾ ਜਿਹੜਾ ਲੀਵਰ ਅਤੇ ਬਲੱਡ ਨੂੰ ਜਿਹੜਾ ਅਤੇ ਟੋਟਲ ਜਿਹੜੀ ਇਮਿਊਨਿਟੀ ਨੂੰ ਸਟਰੋਂਗ ਕਰਦਾ ਹੋ। ਦੇਖੋ ਫਿਰ ਵੀ ਆਪਾਂ ਕਾਊਂਟ ਕਰ ਦਿੰਦੇ ਹਾਂ ਕਿਹੜੀ ਚੀਜ਼ ਇਮਿਊਨਿਟੀ ਘਟਾਉਂਦੀ ਆ, ਕਿਹੜੀ ਇਮਿਊਨਿਟੀ ਵਧਾਉਂਦੀ ਹੈ। ਇਮਿਊਨਿਟੀ ਘਟਾਉਂਦੀ ਹੈ, ਘਟਾਉਣ ਵਾਲਾ ਸਭ ਤੋਂ ਜ਼ਿਆਦਾ ਜਿਹੜਾ ਹੈਗਾ ਉਹ ਦੁੱਧ ਹੈ। ਹਾਂ, ਇਮਿਊਨਿਟੀ ਘਟਾਉਂਦਾ। ਇਹ ਕਿਵੇਂ? ਦੁੱਧ ਨਹੀਂ, ਭਾਰੀ ਫੂਡ ਹੈ, ਬਹੁਤ ਜ਼ਿਆਦਾ, ਬਹੁਤ ਬਾਡੀ 'ਤੇ ਬਰਡਨ ਪਾਉਂਦਾ, ਬਹੁਤ ਬਰਡਨ ਪਾਉਂਦਾ। ਦੁੱਧ ਜਿੱਦਾਂ ਦਾ ਆ ਰਿਹਾ ਉਹ ਦੁੱਧ ਇੰਡਸਟਰੀਅਲ ਫੂਡ ਹੈ। ਸਾਰੇ ਇੰਡਸਟਰੀਅਲ ਫੂਡ ਜਿਹੜੇ ਇਮਿਊਨਿਟੀ ਘਟਾਉਂਦੇ ਆ। ਦੁੱਧ ਇੰਡਸਟਰੀਅਲ ਹੈ, ਕਣਕ ਇੰਡਸਟਰੀਅਲ ਹੈ, ਮੀਟ ਇੰਡਸਟਰੀਅਲ ਹੈ, ਅੰਡੇ ਇੰਡਸਟਰੀਅਲ ਨੇ। ਉਸ ਤੋਂ ਬਾਅਦ ਅੱਗੇ ਤੁਹਾਡੇ ਆ ਜਿਹੜੇ ਨਮਕ ਇੰਡਸਟਰੀਅਲ ਹੈ, ਤੁਹਾਡਾ ਨਮਕ ਖਾ ਰਹੇ ਜਿਹੜਾ ਅਸੀਂ, ਰਿਫਾਈਨਡ ਤੇਲ ਇੰਡਸਟਰੀਅਲ ਨੇ, ਚੀਨੀ ਇੰਡਸਟਰੀਅਲ ਹੈ, ਫਾਸਟ ਫੂਡ ਜਿੰਨੇ ਖਾਣੇ ਇੰਡਸਟਰੀਅਲ ਨੇ, ਜਿੰਨੇ ਡੱਬਾਬੰਦ ਫੂਡ ਨੇ ਮਾਰਕੀਟ 'ਚ ਪਏ ਉਹ ਇੰਡਸਟਰੀਅਲ ਨੇ, ਜਿਹੜੇ ਪ੍ਰੋਸੈਸਡ ਫੂਡ ਨੇ ਸਾਰੇ ਇੰਡਸਟਰੀਅਲ ਨੇ। ਸੋ ਇਹ ਜਿੰਨੇ ਇੰਡਸਟਰੀਅਲ ਫੂਡ ਖਾਵਾਂਗੇ ਆਪਾਂ, ਹੁਣ ਤਾਂ ਹੱਦ ਅਸੀਂ ਇਹ ਕਰਤੀ ਹੋਈ ਹੈ, ਇੱਥੇ ਤਾਂ ਜੇ ਘੱਟ ਹੈ, ਬਾਹਰਲੇ ਮੁਲਕਾਂ 'ਚ ਪ੍ਰੀ ਕੁਕਡ ਫੂਡਸ, ਡਿੱਬਾਬੰਦ ਪ੍ਰੀ ਕੁਕਡ ਫੂਡ ਲਿਆ ਕੇ ਫਰੀਜ਼ਰ ਛੱਡ ਦਿੰਦੇ ਆ, ਉਹਨੂੰ ਕੱਢ ਕੇ ਗਰਮ ਕਰਕੇ ਖਾਈ ਜਾਂਦੇ ਆ। ਇੱਥੇ ਵੀ ਆ ਗਏ ਆ, ਲੇਕਿਨ ਇੱਥੇ ਬਹੁਤਾ ਰਿਵਾਜ ਨਹੀਂ ਪਿਆ ਜੇ। ਤਾਂ ਮੈਂ ਕਈ ਕੰਪਨੀਆਂ ਦੇ ਦੇਖੇ, ਸੋ ਹੱਦ ਹੀ ਹੋ ਗਈ ਨਾ। ਔਰ ਕੁਕਡ ਰਾਜਮਾ ਸ਼ੈਲਫ ਲਾਈਫ 2 ਸਾਲ, 2 ਸਾਲ ਦੀ ਸ਼ੈਲਫ ਲਾਈਫ। ਹਰ ਸਬਜ਼ੀ ਤਿੰਨ ਪੈਕ ਹੁੰਦੀ ਹੈ। ਤਾਂ ਤੁਸੀਂ ਦੇਖੋ ਫੂਡ ਦਾ ਮਤਲਬ ਕੀ ਹੁੰਦਾ। ਫੂਡ ਦਾ ਮਤਲਬ ਹੈ ਜਿਹੜਾ ਫੂਡ ਜਾ ਕੇ ਹਜਮ ਹੋਣਾ, ਯਾਨੀ ਕਿ ਗਲਣਾ ਹੈ, ਸਾਡੇ ਅੰਦਰ ਜਾਏਗਾ ਅਤੇ ਗਲੇਗਾ। ਉਹ ਜਿਹੜਾ ਫੂਡ ਗਲਦਾ ਹੀ ਨਹੀਂ ਹੈ ਉਹ ਕਾਹਦਾ ਫੂਡ ਰਹਿ ਗਿਆ।
ਜਿਹੜਾ ਬਾਹਰ ਨਿਕਲਿਆ ਉਹ ਅੰਦਰ ਕਿਵੇਂ ਨਿਕਲੇਗਾ। ਹਾਂ, ਸੋ ਇਸ ਕਰਕੇ ਇਹ ਜਿੰਨੇ ਇਹ ਜਿਹੜੇ ਫੂਡ ਗਿਣੇ ਸਾਰੇ ਸਾਡੇ ਇਮਿਊਨਿਟੀ ਘਟਾਉਣ ਵਾਲੇ ਆ। ਹੁਣ ਇਮਿਊਨਿਟੀ ਵਧਾਉਣ ਵਾਲੇ ਫਲ ਕਿਹੜੇ ਨੇ? ਕਿਹੜੇ ਨੇ? ਜਿਹੜੇ ਨੇਚੁਰਲ ਨੇ, ਜਿਹੜੇ ਨੇਚੁਰਲ ਫੂਡ ਨੇ ਉਹ ਇਮਿਊਨਿਟੀ ਵਧਾਉਂਦੇ ਆ। ਫਲ ਨੇ, ਸਬਜ਼ੀਆਂ ਨੇ, ਜੂਸਸ ਨੇ, ਤੁਹਾਡੇ ਚਟਣੀਆਂ ਨੇ, ਅਚਾਰ ਨੇ, ਇਹ ਸਾਰੇ ਵਧਾਉਣ ਵਾਲੇ ਨੇ। ਇਹਨੂੰ ਢੰਗ ਸਿਰ ਖਾਣਾ, ਨੇਚੁਰਲ ਜਿਹੜੇ ਖੇਤ 'ਚੋਂ ਕੁਦਰਤ 'ਚੋਂ ਸਿੱਧੇ ਆਉਂਦੇ ਆ, ਕੁਦਰਤੀ ਨੇ। ਫਿਰ ਜਿਹੜੇ ਫੂਡ ਉਹਨੂੰ ਘਟਾ ਰਹੇ ਆ, ਇਮਿਊਨਿਟੀ ਘਟਾਉਣ ਦੇ ਬਦਨਾਮ ਹੋ ਰਹੇ ਆ, ਉਹ ਵੀ ਫੂਡ ਨੇ ਜਿਹਨਾਂ ਨੂੰ ਖੇਤੀ 'ਚ ਮੋਡੀਫਾਈ ਕਰਤਾ ਗਿਆ, ਜਿਵੇਂ ਹਾਈਬ੍ਰਿਡ ਫੂਡਸ ਨੇ, ਜੈਨੇਟਿਕਲੀ ਮੋਡੀਫਾਈਡ ਫੂਡਸ ਨੇ। ਇਹ ਵੀ ਸਾਰੇ ਇਮਿਊਨਿਟੀ ਘਟਾਉਂਦੇ ਆ। ਹੁਣ ਤਾਂ ਜੈਨੇਟਿਕਲੀ ਮੋਡੀਫਾਈਡ ਮੱਛੀ ਆ ਗਈ, ਜੈਨੇਟਿਕਲੀ ਮੋਡੀਫਾਈਡ ਹਰ ਚੀਜ਼ ਆਈ ਜਾ ਰਹੀ ਹੈ। ਸੋ ਜਿਹਦੇ ਤੁਸੀਂ ਜੀਨ ਮੋਡੀਫਾਈ ਕਰਤੇ, ਪ੍ਰੋਟੀਨ ਮੋਡੀਫਾਈ ਕਰਤੇ, ਉਹ ਕਦੇ ਤੁਹਾਨੂੰ ਸਿਹਤ ਨਹੀਂ ਦੇਗਾ, ਹਮੇਸ਼ਾ ਹੀ ਉਹ ਬਿਮਾਰ ਕਰੇਗਾ। ਸੋ ਉਹਦੇ ਨੈਚੁਰਲ ਫੂਡ ਆ ਗਏ ਇਹ। ਹੁਣ ਨੈਚੁਰਲ ਫੂਡ ਦੇ ਨਾਲ ਕੁਛ ਚੀਜ਼ਾਂ ਜਿਹਨਾਂ ਨੇ ਇਮਿਊਨਿਟੀ ਵਧਾਉਣੀ ਹੈ ਤੁਹਾਡੀ, ਲਾਈਫ ਸਟਾਈਲ ਦੀਆਂ ਕੁਛ ਚੀਜ਼ਾਂ ਨੇ। ਹੱਸਣਾ, ਖੁਸ਼ ਰਹਿਣਾ, ਸਹਿਜ 'ਚ ਰਹਿਣਾ, ਪੋਜ਼ੀਟਿਵ ਰਹਿਣਾ, ਨਫ਼ਰਤ, ਈਰਖਾ, ਬਦਲੇ ਦੀ ਭਾਵਨਾ ਤੋਂ ਮੁਕਤ, ਪਿਆਰ ਦੀ ਭਾਵਨਾ 'ਚ ਰਹਿਣਾ, ਜੁੜ ਕੇ ਰਹਿਣਾ, ਸੋਸ਼ਲਾਈਜ਼ ਕਰਨਾ, ਪਰਮਾਤਮਾ ਨਾਲ ਜੁੜ ਕੇ ਰਹਿਣਾ। ਮਤਲਬ ਪਰਿਵਾਰ ਦੇ ਜੁੜਾਓ ਤੋਂ ਲੈ ਕੇ, ਪਰਿਵਾਰ ਸਭ ਤੋਂ ਛੋਟਾ ਯੂਨਿਟ ਹੈ ਜੁੜਾਓ ਦਾ। ਜਦੋਂ ਇੱਕ ਤੋਂ ਦੋ ਬੰਦੇ ਬੈਠ ਕੇ ਆਪਸ 'ਚ ਕੋਈ ਕਿਸੇ 'ਚ ਵੱਝਦੇ ਆ, ਸਭ ਤੋਂ ਛੋਟਾ ਉਹ ਜੁੜਾਓ ਹੈ ਅਤੇ ਸਭ ਤੋਂ ਵੱਡਾ ਜੁੜਾਓ ਹੈ ਪਰਮਾਤਮਾ ਦਾ ਜੁੜਾਓ, ਕਿ ਜੇ ਪੂਰੇ ਬ੍ਰਹਿਮੰਡ ਦੀ ਜਿਹੜੀ ਆ ਉਹ ਸ਼ਕਤੀ ਨਾਲ ਜੁੜ ਕੇ ਰਹਿਣਾ, ਜੁੜਾਓ 'ਚ ਰਹਿਣਾ। ਫਿਰ ਤੁਹਾਡਾ ਉਸ ਤੋਂ ਬਾਅਦ ਜੋ ਫਿਜ਼ੀਕਲੀ ਐਕਟਿਵ ਰਹਿਣਾ, ਵਰਜਿਸ਼ ਕਰਨੀ, ਇਹ ਸਾਰੇ ਕਿਤੇ ਨਾ ਕਿਤੇ ਜਿਹੜੇ ਨੇ ਤੁਹਾਨੂੰ ਸਟਰੋਂਗ ਕਰਦੇ ਆ। ਫਿਰ ਜਿਹੜੇ ਲਾਸਟਲੀ ਜਿਹੜੇ ਆਪਾਂ ਦਵਾ ਪੌਦੇ ਜਿਹੜੇ ਨੇ, ਦੇਖੋ ਆਪਣੇ ਕੋਲ ਕੁਦਰਤ ਨੇ ਇੰਨੀ ਬਖਸ਼ਿਸ਼ ਕੀਤੀ ਹੈ ਆਪਾਂ ਨੂੰ ਦਵਾ ਪੌਦਿਆਂ ਦੀ, ਕਿ ਦਵਾ ਪੌਦੇ ਤੁਹਾਡੀ ਇਮਿਊਨਿਟੀ ਨੂੰ ਇੱਕਦਮ ਚੱਕਦੇ ਆ। ਉਹਦੇ 'ਚ ਜਿੰਨੇ ਮਸਾਲੇ ਨੇ ਸਾਰੇ ਦੇ ਸਾਰੇ, ਹਲਦੀ, ਜੀਰਾ, ਅਜਵਾਇਣ, ਮੋਟੀ ਇਲਾਚੀ, ਦਾਲਚੀਨੀ, ਹਿੰਗ, ਛੋਟੀ ਇਲਾਚੀ, ਸੌਂਫ, ਇਹ ਸਾਰੇ ਜਿਹੜੇ ਨੇ ਇਹ ਇਮਿਊਨਿਟੀ ਇੰਪਰੂਵ ਕਰਨ ਵਾਲੀ ਚੀਜ਼ਾਂ ਨੇ। ਉਸ ਤੋਂ ਬਾਅਦ ਦਵਾ ਪੌਦਿਆਂ 'ਚ ਜਾ ਕੇ ਤੁਹਾਡੀ ਤੁਲਸੀ, ਗਲੋਏ, ਨਿੰਮ ਵਧਾਉਣ ਵਾਲੀਆਂ 'ਚ ਨੇ। ਠੀਕ, ਮਸਾਲਿਆਂ 'ਚ ਲੈਮਨ ਗ੍ਰਾਸ, ਮਸਾਲੇ ਤਾਂ ਗਿਣ ਨਹੀਂ ਦਿੱਤੇ ਆਪਾਂ ਸਾਰੇ। ਧਨੀਆ ਵਿੱਚ ਆ ਗਿਆ, ਧਨੀਆ, ਜੀਰਾ, ਹਾਂ, ਸਾਰੇ ਜਿਹੜੇ। ਇਹ ਪੌਦੇ, ਬਹੁਤ ਸਾਰੇ ਪੌਦੇ ਜਿਹੜੇ ਨੇ, ਜਿਵੇਂ ਬਹੁਤ ਸਾਰੇ ਨੇ ਜਿਹੜੇ, ਜਿਵੇਂ ਕਰੇਲਾ ਹੈ, ਕੌੜੇ ਫਲ ਜਿਨ੍ਹਾਂ ਦਾ ਕੁਝ ਹਲਕਾ ਜਿਹਾ ਕੁੜੱਤਣ ਤੇ ਜਾਂ ਖਟਾਸ 'ਤੇ ਹੈ, ਜਿਨ੍ਹਾਂ ਦਾ ਜਿਹੜਾ ਜ਼ਾਇਕਾ ਹੈ ਕੁੜੱਤਣ ਤੇ ਜਾਂ ਖਟਾਸ 'ਤੇ ਹੈ, ਉਹ ਜ਼ਿਆਦਾ ਪਰਟੀਕੂਲਰਲੀ ਜਿਹੜੀ ਤੁਹਾਡੀ ਇਮਿਊਨਿਟੀ ਵਧਾਉਂਦੇ ਨੇ ਉਹ। ਉਹਦੇ ਜਿਹੜੇ ਆ ਜਿਹਨੂੰ ਕਹਿੰਦੇ ਆਪਾਂ ਫਾਈਟੋ ਨਿਊਟ੍ਰੀਐਂਟਸ ਹੁੰਦੇ ਆ, ਇਹੋ ਜਿਹੇ ਜਿਹੜੇ ਕਿ ਇਮਿਊਨਿਟੀ ਵਧਾਉਣ ਵਾਲੇ ਹੁੰਦੇ ਆ। ਅਲੱਗ-ਅਲੱਗ ਨਾਂ ਨੇ ਉਹਨਾਂ ਦੇ, ਉਹ ਕੈਮੀਕਲ ਨਾਂ ਅਲੱਗ-ਅਲੱਗ ਨੇ। ਸੋ ਇਹ ਓਵਰਆਲ ਤਾਂ ਇਹ ਪੂਰੇ ਇਹਨਾਂ ਨੂੰ ਜ਼ਿੰਦਗੀ 'ਚ ਅਡਾਪਟ ਕਰਕੇ ਰੱਖਣਾ। ਔਰ ਇਹ ਬਿਮਾਰੀਆਂ ਜਿਹੜੀਆਂ ਨੇ, ਇਹ ਬਿਮਾਰੀਆਂ ਦਾ ਮਤਲਬ ਇਹ ਨਹੀਂ ਕਿ ਇਕੱਲੀਆਂ ਇਹਨਾਂ ਬਿਮਾਰੀਆਂ ਵਾਸਤੇ ਆਪਾਂ ਨੇ ਸਾਰਾ ਕੁਝ ਕਰਨਾ। ਇਹ ਬਿਮਾਰੀਆਂ ਤਾਂ ਖਤਰਨਾਕ ਬਿਮਾਰੀਆਂ ਦਾ ਇੱਕ ਤਿੱਕੜੀ ਹੈ ਨਾ, ਲੇਕਿਨ ਬਿਮਾਰੀਆਂ ਦਾ ਬਹੁਤ ਵੱਡਾ ਗੈਮਟ ਹੈ। ਸੈਂਕੜੇ ਹਜ਼ਾਰਾਂ ਜਿਹੜੇ ਨੇ ਸਾਡੇ ਆਲੇ ਦੁਆਲੇ ਇਹੋ ਜਿਹੇ ਵਾਇਰਸਿਸ ਔਰ ਬੈਕਟੀਰੀਆ ਨੇ ਜਿਹੜੇ ਸਾਨੂੰ ਬਿਮਾਰ ਕਰ ਸਕਦੇ ਆ। ਲੇਕਿਨ ਉਹ ਬਿਮਾਰ ਉਹ ਤਾਂ ਹੀ ਕਰਨਗੇ ਜੇ ਤੁਹਾਡੀ ਇਮਿਊਨਿਟੀ ਲੋ ਹੈ। ਤਾਂ ਜੇ ਇਮਿਊਨਿਟੀ ਠੀਕ ਹੈ ਫਿਰ ਨਹੀਂ ਬਿਮਾਰ ਕਰਨਗੇ। ਸੋ ਆਪਾਂ ਸਾਰੇ ਦੋਸਤਾਂ ਨੂੰ ਬੇਨਤੀ ਹੈ ਕਿ ਆਪਾਂ ਜੇ ਜਿਹੜੀਆਂ ਇਹ ਛੂਤ ਛਾਤ ਤੋਂ ਲੱਗਣ ਵਾਲੀਆਂ ਬਿਮਾਰੀਆਂ ਨੇ, ਇਨਫੈਕਸ਼ਨਸ ਨੇ, ਇਹਨਾਂ ਤੋਂ ਬਚਣਾ ਹੈ। ਚਾਹੇ ਜੋ ਪਿਛਲੇ 2 ਸਾਲਾਂ ਤੋਂ ਜਿੱਦਾਂ ਆਪਾਂ ਨੂੰ ਡਰਾਇਆ ਗਿਆ, ਉਹ ਵੀ ਇੱਕ ਉਦਾਹਰਨ ਹੈ। ਤਾਂ ਉਹ ਕਿਤੇ ਨਾ ਕਿਤੇ ਐਸਾ ਆਪਣੀ ਬਾਡੀ ਨੂੰ ਇਸ ਢੰਗ ਨਾਲ ਆਪਾਂ ਚਲਾਉਣਾ ਹੈ, ਇਸ ਢੰਗ ਨਾਲ ਚਲਾਇਮਾਨ ਰੱਖਣਾ ਹੈ, ਇਸ ਢੰਗ ਨਾਲ ਉਹਨੂੰ ਨਰਿਸ਼ ਕਰਨਾ ਹੈ ਕਿ ਆਪਣੀ ਬਾਡੀ ਦੇ ਅੰਦਰ ਕੋਈ ਵੀ ਚੀਜ਼ ਹੋ, ਚਾਹੇ ਹਵਾ ਪਾਣੀ ਆਪਾਂ ਮਿਸ ਕਰ ਗਏ, ਹਵਾ ਦੇ ਪਾਣੀ ਵੀ ਸ਼ੁੱਧ ਚਾਹੀਦੇ ਆ। ਹਵਾ ਅਗਰ ਪ੍ਰਦੂਸ਼ਿਤ ਹੋਏਗੀ ਤਾਂ ਇਮਿਊਨਿਟੀ ਲੋ ਜਾਏਗੀ, ਪਾਣੀ ਪ੍ਰਦੂਸ਼ਿਤ ਹੋਏਗਾ ਤਾਂ ਵੀ ਲੋ ਜਾਏਗੀ। ਪਾਣੀ ਦੀ ਤਾਂ ਬਿਮਾਰੀ ਹੈ ਹੀ ਹੈ ਨਾ, ਹੈਪੇਟਾਈਟਸ। ਸਟ੍ਰੈਸਫੁਲ ਲਿਵਿੰਗ, ਮਾਰਾਮਾਰੀ ਜਿਹੜੀ ਹੈ, ਭੱਜੀ ਜਾ ਰਹੇ ਹਾਂ ਅਸੀਂ, ਲਗਾਤਾਰ ਦੌੜੀ ਜਾ ਰਹੇ ਹਾਂ ਔਰ ਨਵੀਆਂ ਲੋੜਾਂ ਕ੍ਰੀਏਟ ਕਰ ਲੈਂਦੇ ਹਾਂ, ਫਿਰ ਦੌੜ ਕੇ ਪੂਰੀਆਂ ਕਰਦੇ ਹਾਂ। ਮਤਲਬ ਅਮਨ ਚੈਨ ਸਾਰਾ ਗਵਾ ਲਿਆ। ਕੁਛ ਚੀਜ਼ਾਂ ਨੂੰ ਪਾਉਣ ਵਾਸਤੇ, ਵੱਡਾ ਘਰ, ਵੱਡੀ ਕਾਰ, ਵੱਡਾ ਸੋਹਣੇ ਕੱਪੜੇ, ਇਹ ਉਹ ਕਰਨ ਵਾਸਤੇ ਆਪਣਾ ਮਨ ਦਾ ਸੁੱਖ ਚੈਨ ਗਵਾ ਲਿਆ ਮਾਰਾਮਾਰੀ 'ਚ। ਉਹ ਮਾਰਾਮਾਰੀ ਵੀ ਬਹੁਤ ਖਰਾਬ ਕਰ ਰਹੀ ਹੈ। ਤਾਂ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ, ਇਹ ਸਾਰੀਆਂ ਚੀਜ਼ਾਂ ਤੋਂ ਕਿਤੇ ਨਾ ਕਿਤੇ ਮਨੁੱਖ ਨੂੰ ਹੁਣ
ਬਾਹਰ ਆਉਣਾ ਚਾਹੀਦਾ ਹੈ। ਖਾਣ ਪੀਣ ਦੇ ਮਾਮਲੇ 'ਚ ਵੀ ਹਵਾ ਪਾਣੀ ਵੀ ਠੀਕ ਕਰਨਾ ਚਾਹੀਦਾ ਅਤੇ ਆਪਣਾ ਜਿਹੜਾ ਰਹਿਣ ਸਹਿਣ ਉਹ ਵੀ ਠੀਕ ਕਰਨਾ ਚਾਹੀਦਾ। ਕੰਮ ਫਿਜ਼ੀਕਲ ਕੰਮ ਜਾਂ ਐਕਸਰਸਾਈਜ਼ ਵੀ ਕਰਨੀ ਚਾਹੀਦੀ ਹੈ ਅਤੇ ਦਵਾ ਪੌਦਿਆਂ ਦਾ ਜਿਹੜਾ ਚੱਲਣ ਹੈ ਉਹ ਆਪਣੇ ਆਲੇ ਦੁਆਲੇ ਲਾਉਣਾ ਚਾਹੀਦਾ। ਅਤੇ ਜੇ ਆਪਾਂ ਇੱਦਾਂ ਕਰ ਲਈਏ ਕੋਈ ਕਾਲਾ ਪੀਲੀਆ B C HIV ਚਾਹੇ ਤੁਸੀਂ ਦਵਾਈ ਖਾਣੀ ਹੈ ਚਾਹੇ ਨਹੀਂ ਖਾਣੀ ਹੈ ਤਾਂ ਵੀ ਇਹਦੇ ਨਾਲ ਕਰੋ ਅਤੇ ਨਹੀਂ ਖਾਣੀ ਤਾਂ ਵੀ ਕਰੋ। ਨਹੀਂ ਖਾਓਗੇ ਦਵਾਈ ਤਾਂ ਵੀ ਤੁਸੀਂ BC ਨੈਗੇਟਿਵ ਹੋ ਜਾਓਗੇ, ਤਾਂ ਵੀ BC ਦੀ ਵਾਇਰਸ ਤੁਹਾਡਾ ਸਰੀਰ ਛੱਡ ਜਾਏਗੀ। ਸੋ ਉਹਦਾ ਕੋਈ ਦਵਾਈ ਨਾਲ ਤਾਲੁਕ ਨਹੀਂ। ਦਵਾਈਆਂ ਐਵੇਂ ਜਿਹੜਾ ਹੈ ਉਹ ਇੱਕ ਮਨ ਦੀ ਸ਼ਾਂਤੀ ਹੈ। ਦਵਾਈ ਨਾਲ ਕੁਝ ਨਹੀਂ ਠੀਕ ਹੁੰਦਾ। ਬੰਦਾ ਦਵਾਈ ਨਾਲ ਹੁੰਦਾ ਵੀ ਆਰਜੀ ਤੌਰ 'ਤੇ ਠੀਕ ਹੁੰਦਾ ਅਤੇ ਮੁੜ ਕੇ ਮੰਨ ਲਓ ਹੁਣ ਆਪਾਂ B ਦਾ ਵੈਕਸੀਨ ਲਾਤਾ, ਬੜੇ ਚੌੜੇ ਹੋ ਗਏ ਵੀ ਬਸ ਕਾਲੇ ਪੀਲੇ ਤੋਂ ਬਚ ਗਏ, ਉਹ C ਆ ਗਈ। ਜੇ ਤੁਹਾਡੀ ਇਮਿਊਨਿਟੀ ਲੋ ਹੈ, ਤੁਸੀਂ ਇੱਕ ਵਾਇਰਸ ਦੇ ਖਿਲਾਫ ਟੀਕਾ ਲਾ ਵੀ ਲਓਗੇ ਉਹੋ ਜਿਹੀ ਹੋਰ ਵਾਇਰਸ ਆ ਜਾਏਗੀ। ਠੀਕ ਹੈ ਨਾ। ਆਪਣਾ ਪੋਲੀਓ ਤੋਂ ਮਕਾਤਾ ਵੀ ਪੋਲੀਓ ਦਾ ਟੀਕਾ ਲਾਤਾ, ਬਚਾ ਲਿਆ। ਪੋਲੀਓ ਦੇ ਅਪੰਗ ਬੱਚੇ ਹੋਣ ਲੱਗ ਗਏ। ਆਟਿਜ਼ਮ ਵਾਲੇ ਜਿਹਦੀ ਆਪਾਂ ਕੱਲ੍ਹ ਗੱਲ ਕੀਤੀ ਹੈ, ਅਤੇ ਉਹ ਪੋਲੀਓ ਤੋਂ ਕਿਤੇ ਘੱਟ ਖਤਰਨਾਕ ਬਿਮਾਰੀ ਹੈ। ਉਹ ਪੋਲੀਓ ਤਾਂ ਫਿਰ ਵੀ ਇੱਕ ਅੱਧੀ ਲੱਤ ਮਾਰੀ ਜਾਂਦੀ ਸੀ ਅਤੇ ਬੰਦਾ ਚੰਗਾ ਭਲਾ ਤੁਰਿਆ ਫਿਰਦਾ ਸੀਗਾ। ਇੱਥੇ ਤਾਂ ਪੂਰੇ ਦਾ ਪੂਰਾ ਬੰਦਾ ਹੀ ਖਰਾਬ ਹੈ, ਵਿਚਾਰੀ ਸਾਰੀ ਫੈਮਿਲੀ ਟੰਗੀ ਪਈ ਹੈ। ਬੱਚਾ ਹਾਈਪਰ ਹੈ, ਕਾਬੂ ਨਹੀਂ ਆਉਂਦਾ, ਉਹ ਪੜ੍ਹਦਾ ਨਹੀਂ, ਉਹ ਕੋਈ ਕਰਨ ਨਹੀਂ ਜੋਗਾ, ਆਪਣੇ ਆਪ ਜੋਗਾ ਨਹੀਂ ਹੈ। ਸਾਰੀ ਉਮਰ ਦਾ ਤੁਹਾਡਾ ਬਰਡਨ ਹੈ। ਮਾਂ ਬਾਪ ਵਿਚਾਰੇ ਬੋਝ ਥੱਲੇ ਮਰੀ ਜਾ ਰਹੇ ਆ ਵੀ ਇਹ ਬੱਚਾ ਹੁਣ ਅਸੀਂ ਤਾਂ ਜਿੰਨਾ ਚਿਰ ਬੈਠੇ ਹਾਂ ਜਦੋਂ ਅਸੀਂ ਨਹੀਂ ਹੋਵਾਂਗੇ ਫਿਰ ਕੌਣ ਸੰਭਾਲੂਗਾ ਇਹਨੂੰ। ਸਭ ਤੋਂ ਜ਼ਿਆਦਾ ਟੈਨਸ਼ਨ ਜਿਹੜੀ ਇਹਦੇ ਕੁੜੀਆਂ ਦੀ ਹੋ ਜਾਂਦੀ ਹੈ। ਹਾਂ, ਅੱਜ ਮੈਂ ਬੱਚਾ ਆਇਆ 30-31 ਸਾਲ ਦੀ ਕੁੜੀ, ਉਹ ਬਿਮਾਰ, ਉਹ ਵਿਚਾਰਾ ਫਾਦਰ ਬਜ਼ੁਰਗ ਰੋ ਪਿਆ, ਕਹਿੰਦਾ ਜੀ ਸਾਰਾ ਟੱਬਰ ਟੈਨਸ਼ਨ 'ਚ ਅਸੀਂ 31 ਸਾਲ ਦੀ ਹੋ ਗਈ ਹੈ, ਹੁਣ ਕੀ ਦੱਸੀਏ ਕਿਵੇਂ ਵਿਆਹੀਏ ਇਹਨੂੰ। ਮੈਂ ਚਿੰਤਾ ਨਾ ਕਰੋ, ਸਾਲ 'ਚ ਕੁੜੀ ਨੇ ਠੀਕ ਹੋ ਜਾਣਾ, ਵਿਆਹ ਕਰ ਲਓ, ਕੋਈ ਗੱਲ ਨਹੀਂ। ਤਾਂ ਆਪਾਂ ਇਹਦਾ ਮਤਲਬ ਹੈ ਕਿ ਜੇ ਸਾਡਾ ਸਰੀਰ ਕਮਜ਼ੋਰ ਹੈ, ਇਮਿਊਨਿਟੀ ਕਮਜ਼ੋਰ ਹੈ, ਤਾਂ ਸਾਨੂੰ ਇੱਕ ਬਿਮਾਰੀ ਦਾ ਸਵਾਲ ਨਹੀਂ ਹੈ। ਉਸ ਬਿਮਾਰੀ ਨੂੰ ਤੁਸੀਂ ਬਚਾ ਵੀ ਲਓਗੇ ਕੋਈ ਪਰਟੀਕੂਲਰ ਤਰੀਕਾ ਵਰਤ ਕੇ, ਕੋਈ ਟੀਕਾ ਲਾ ਕੇ, ਉਹੋ ਜਿਹੀ ਹੋਰ ਆ ਜਾਏਗੀ, 50 ਹੋਰ ਬੈਠੀਆਂ ਨੇ ਉਹੋ ਜਿਹੀਆਂ, ਅਤੇ ਉਸ ਤੋਂ ਵੱਡੀ ਬਿਮਾਰੀ ਹੋਵੇਗੀ। ਮੈਂ ਤੁਹਾਨੂੰ ਉਦਾਹਰਨਾਂ ਦਿੱਤੀਆਂ ਵੀ ਪੋਲੀਓ ਦੀ ਉਦਾਹਰਨ ਦੇ, ਪੋਲੀਓ ਤੁਸੀਂ ਕਹਿ ਲਿਆ ਬਸ ਇਹਦਾ ਪੋਲੀਓ ਲਾਈਕ ਇਲਨੈਸ ਹੋਵੇ, ਉਹਦੀ ਵੀ ਹੋਣ ਲੱਗ ਗਈ। ਲੇਕਿਨ ਉਸ ਤੋਂ ਇਲਾਵਾ ਉਹ ਜੋ ਤੁਸੀਂ ਕੀਤਾ ਐਡਾ ਕੁਛ ਜੁਗਾੜ ਕੀਤਾ, ਉਹ ਆਟਿਜ਼ਮ ਹੋਣ ਲੱਗ ਗਿਆ ਅਤੇ ਮੈਂਟਲੀ ਮੰਦਬੁੱਧੀ ਬੱਚੇ ਹੋਣ ਲੱਗ ਗਏ, ਲਰਨਿੰਗ ਡਿਸਆਰਡਰ ਹੋਣ ਲੱਗ ਗਏ। ਉਹਨੂੰ ਕੀ ਕਰੋਗੇ? ਅੱਛਾ, ਕਿੰਨੀਆਂ ਹੀ ਨਰਵਸ ਸਿਸਟਮ ਦੀਆਂ ਹੋਰ ਬਿਮਾਰੀਆਂ ਬਹੁਤ ਜ਼ਿਆਦਾ ਹੋ ਗਈਆਂ ਨੇ ਜਿਹੜੀਆਂ ਪੋਲੀਓ ਤੋਂ ਵੀ ਭਿਅੰਕਰ ਨੇ। ਠੀਕ ਹੈ ਨਾ। ਸੋ ਇਸ ਕਰਕੇ ਅਸੀਂ ਚਿਕਨ ਪੌਕਸ ਦਾ ਟੀਕਾ ਲਾਇਆ, ਚਿਕਨ ਪੌਕਸ ਦਾ ਟੀਕਾ ਲਾਤਾ ਅਤੇ ਉਹ ਹਰਪੀ ਜ਼ੋਸਟਰ ਵੱਧ ਗਈ, ਉਹਦੀ ਉਸੇ ਦੀ ਦੂਜੀ ਫਾਰਮ ਆ ਗਈ ਨਰਵਸ ਸਿਸਟਮ ਵਾਲੀ ਨਾ। ਹਰਪੀ ਜ਼ੋਸਟਰ ਜਿਹਨੂੰ ਜਨੇਊ ਉਹੀ ਵਾਇਰਸ ਆ। ਉਸ ਵਾਇਰਸ ਨੂੰ ਤੁਸੀਂ ਟੀਕਾ ਲਾ ਕੇ ਦਵਾ ਤਾਂ ਦਿੱਤਾ, ਲੇਕਿਨ ਸਰੀਰ ਤਾਂ ਛੱਡ ਕੇ ਨਹੀਂ ਗਈ। ਜੇ ਉਹਦਾ ਨੈਚੁਰਲ ਡਿਜ਼ੀਜ਼ ਹੁੰਦੀ ਤਾਂ ਉਹ ਟੋਟਲੀ ਬੋਡੀ ਦੇ ਬਾਹਰ ਕੱਢ ਦੇਣੀ ਸੀ। ਤੁਸੀਂ ਟੀਕਾ ਲਾਇਆ, ਉਹ ਵਿੱਚ ਵਿਚਾਲਾ ਜਿਹਾ ਕਰਤਾ ਉਹਦੇ ਨਾਲ ਚਿਕਨ ਪੌਕਸ ਤਾਂ ਨਹੀਂ ਹੋਈ ਪੂਰੀ ਬਾਡੀ 'ਤੇ, ਲੇਕਿਨ ਉਹ ਜਾ ਕੇ ਵਾਇਰਸ ਉੱਥੇ ਲੁੱਗੀ ਨਰਵਸ ਸਿਸਟਮ 'ਤੇ। ਕੱਲ੍ਹ ਨੂੰ ਉਹ ਹਰਪੀ ਜ਼ੋਸਟਰ ਦੇ ਸੀਰੀਅਸ ਕੇਸ ਹੋ ਰਹੇ ਆ। ਪੂਰੀ ਲੱਤ ਦੀ ਹਰਪੀ ਜ਼ੋਸਟਰ ਮੈਂ ਕਦੀ ਜ਼ਿੰਦਗੀ 'ਚ ਨਹੀਂ ਸੀ ਦੇਖੀ, ਪੂਰੀ ਬਾਂਹ ਦੀ ਹਰਪੀ ਜ਼ੋਸਟਰ ਕਦੀ ਜ਼ਿੰਦਗੀ 'ਚ ਨਹੀਂ ਦੇਖੀ, ਹੁਣ ਉਹ ਹੋ ਰਹੇ ਆ ਕਿਸੇ 'ਚ। ਸੋ ਇਸ ਕਰਕੇ ਇਨਫੈਕਸ਼ਨਾਂ 'ਚ ਬਚਣ ਦਾ ਇੱਕੋ ਤਰੀਕਾ, ਆਪਣੀ ਬਾਡੀ ਨੂੰ ਤਕੜਾ ਕਰੋ, ਆਪਣੀ ਬਾਡੀ ਫਿਜ਼ੀਓਲੋਜੀ ਨੂੰ ਸਟਰੋਂਗ ਕਰੋ। ਉਹਦੇ ਵਾਸਤੇ ਆਪਾਂ ਸਾਰੀਆਂ ਚੀਜ਼ਾਂ ਗਿਣਤੀਆਂ ਨੇ। ਤਾਂ ਸਾਰੇ ਦੋਸਤਾਂ ਨੂੰ ਬੇਨਤੀ ਹੈ ਕਿ ਜੇ ਤੁਸੀਂ ਇਨਫੈਕਸ਼ਨਾਂ ਤੋਂ ਬਚਣਾ ਤਾਂ ਚਾਹੇ ਉਹ ਕਾਲਾ ਪੀਲੀਆ B ਹੈ, C ਹੈ, HIV ਹੈ, ਜਾਂ ਹੋਰ 100 ਸੈਂਕੜੇ ਇਨਫੈਕਸ਼ਨਾਂ ਨੇ ਜਿਹੜੀਆਂ ਕਿ ਖਤਰਨਾਕ ਵੀ ਨੇ, ਜਿਹੜੀਆਂ ਘੱਟ ਖਤਰਨਾਕ ਵੀ ਨੇ। ਕੋਈ ਨਹੀਂ ਤੁਹਾਡਾ ਕੁਝ ਵਿਗਾੜ ਸਕਦੀ ਜੇ ਅੱਬਲ ਤਾਂ ਲੱਗੂਗੀ ਨਹੀਂ ਤੁਹਾਨੂੰ। ਉਹ ਜੇ ਲੱਗ ਵੀ ਗਈ ਤਾਂ ਉਹ ਉਲਟਾ ਸਟਰੋਂਗ ਕਰਕੇ ਜਾਏਗੀ ਤੁਹਾਨੂੰ। ਤੁਹਾਡੇ ਲਈ ਉਹ ਵਰਦਾਨ ਸਾਬਤ ਹੋਏਗੀ, ਤੁਹਾਡੇ ਵਾਸਤੇ ਉਹ ਬੋਝ ਨਹੀਂ ਬਣੇਗੀ, ਤੁਹਾਨੂੰ ਕੁਝ ਨਹੀਂ ਕਹੇਗੀ, ਉਹ ਸਰਾਪ ਨਹੀਂ ਬਣੇਗੀ, ਉਹ ਤੁਹਾਡਾ ਕੁਝ ਵਿਗਾੜ ਨਹੀਂ ਸਕਦੀ। ਆਏਗੀ ਹਲਕੇ ਫੁਲਕੇ ਸਿੰਪਟਮ ਜਿਹੇ ਹੋਣਗੇ, ਜ਼ੁਕਾਮ ਜਿਹਾ ਲੱਗਿਆ, 2-4 ਦਿਨ ਖਾਂਸੀ ਰਹੀ, 2-4 ਦਿਨ ਬੁਖਾਰ ਹੋਇਆ, ਅਤੇ ਉਹਦਾ ਨੈਟ ਰਿਜ਼ਲਟ ਕੀ ਹੋਇਆ ਕਿ ਹੋਰ 250 ਬਿਮਾਰੀਆਂ ਤੋਂ ਦੇ ਵਾਸਤੇ ਵੀ ਤੁਸੀਂ ਸਟਰੋਂਗ ਹੋ ਗਏ। ਤਾਂ ਇਹ ਇਨਫੈਕਸ਼ਨਾਂ ਦੀ ਇਹ ਸਮਝ ਜਿਹੜੀ ਹੈ, ਇਹ ਅਸਲ ਸਮਝ ਹੈ ਜਿਹੜੀ ਹੁਣ ਬਣ ਚੁੱਕੀ ਹੈ। ਇਹ ਹੁਣ ਕਿਤਾਬੀ ਸਮਝ ਜਿਹੜੀ ਸੀ 100 ਸਾਲ 40 ਸਾਲ ਪੁਰਾਣੀ ਹੈ, ਉਹ ਹਿੱਸੇ ਦੇ ਦਬਣੂ ਕੁਛ ਕੰਮ ਚੱਲ ਰਿਹਾ ਡਾਕਟਰੀ ਦਾ। ਤਾਂ ਉਹ ਜਿਹੜੀ ਲੇਟੈਸਟ ਸਮਝ ਇਹ ਹੈ ਕਿ ਇਨਫੈਕਸ਼ਨਾਂ ਪ੍ਰਤੀ ਜਿਹੜਾ ਆਪਣਾ ਨਜ਼ਰੀਆ ਬਦਲਿਆ ਜਾਵੇ। ਇਨਫੈਕਸ਼ਨ ਬਹੁਤ ਨੈਚੁਰਲ ਹੁੰਦੀਆਂ ਨੇ, ਆਪਣੀ ਬਾਡੀ ਸਟਰੋਂਗ ਰੱਖੋ, ਇਮਿਊਨਿਟੀ ਵਧੀਆ ਰੱਖੋ, ਅਤੇ ਤੁਹਾਡਾ ਕੁਛ ਨਹੀਂ ਵਿਗਾੜ ਸਕਦੀ ਇਨਫੈਕਸ਼ਨ। ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਅਜਿਹਾ ਤਰੀਕਾ ਦੱਸਿਆ ਜਿਹਦੇ ਨਾਲ ਹਿੰਮਤ ਹਾਰੇ ਹੋਏ ਅਤੇ ਮੌਤ ਦਾ ਇੰਤਜ਼ਾਰ ਕਰਕੇ ਲੋਕਾਂ ਨੂੰ ਇੱਕ ਨਵੀਂ ਆਸ ਦੀ ਕਿਰਨ ਨਜ਼ਰ ਆਏਗੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਜਾਂਦੇ ਇੱਕ ਡਿਸਕਲੇਮਰ ਦੇ ਦਈਏ ਕਿ ਇਹ ਪ੍ਰੋਗਰਾਮ ਮੈਡੀਕਲ ਐਡਵਾਈਸ ਲਈ ਨਹੀਂ ਹੈ। ਇਹ ਪ੍ਰੋਗਰਾਮ
ਸਿਰਫ ਤੇ ਸਿਰਫ ਜਾਣਕਾਰੀ ਲਈ ਹੈ। ਤੇ ਜੇਕਰ ਜਾਣਕਾਰੀ 'ਚ ਵਾਧਾ ਕਰਕੇ ਕਿਸੇ ਨੂੰ ਕੋਈ ਫਾਇਦਾ ਹੁੰਦਾ ਹੈ, ਕੋਈ ਇਹ ਢੰਗ ਤਰੀਕੇ ਅਪਣਾ ਕੇ, ਤੇ ਇਸ ਦੇ ਨਾਲ ਡਾਕਟਰ ਅਮਰ ਸਿੰਘ ਆਜ਼ਾਦ ਵਰਗੇ ਐਕਸਪਰਟ ਦੇ ਨਾਲ ਰਾਏ ਲੈ ਕੇ ਆਪਣਾ ਇਲਾਜ ਕਰਾਉਂਦੇ ਨੇ, ਆਪਣਾ ਸਰੀਰ ਤੰਦਰੁਸਤ ਕਰਦੇ ਨੇ, ਤਾਂ ਹੀ ਇਸ ਪ੍ਰੋਗਰਾਮ ਦੀ ਕਾਮਯਾਬੀ ਹੋਏਗੀ। ਉਮੀਦ ਕਰਦੇ ਹਾਂ ਕਿ ਇਹ ਪ੍ਰੋਗਰਾਮ ਵੀ ਤੁਹਾਨੂੰ ਪਸੰਦ ਆਇਆ ਹੋਵੇਗਾ, ਤੇ ਜੇ ਪਸੰਦ ਆਇਆ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਕਿਉਂਕਿ ਜਿੰਨਾ ਤੁਸੀਂ ਸ਼ੇਅਰ ਕਰੋਗੇ ਉਨਾ ਇਹ ਮਹਾਮਾਰੀ ਦਾ ਰੂਪ ਧਾਰਨ ਕਰਨ ਜਾ ਰਹੀਆਂ ਇਹ ਬਿਮਾਰੀਆਂ ਜਿਹੜੀਆਂ ਨੇ, ਉਹਨਾਂ ਲੋਕਾਂ ਨੂੰ ਜਿਹੜੇ ਇੱਕ ਦੂਜੇ ਨਾਲ ਗੱਲ ਕਰਨੋਂ ਵੀ ਕਤਰਾਉਂਦੇ ਨੇ, ਦੱਸਣੋਂ ਵੀ ਕਤਰਾਉਂਦੇ ਨੇ, ਇੱਕ ਅਣਜਾਣ ਡਰ ਮਨ ਦੇ ਵਿੱਚ ਲੈ ਕੇ ਬੈਠੇ ਹੋਏ ਨੇ, ਉਹਨਾਂ ਲੋਕਾਂ ਨੂੰ ਘਰ ਬੈਠੇ ਹੀ ਹੱਲ ਮਿਲੇਗਾ। ਤੇ ਉਹ ਹੱਲ ਵੀ ਅਜਿਹਾ ਜਿਹੜਾ ਦਵਾਈ ਵੀ ਲੈ ਰਿਹਾ ਹੈ, ਤੇ ਉਹਦੇ ਨਾਲ ਇਹ ਹੱਲ ਜੇਕਰ ਅਪਣਾਉਂਦਾ ਹੈ ਤਾਂ ਉਸ ਦੇ ਅੰਦਰ ਦਾ ਜਿਹੜਾ ਮੁਰਾਲ ਹੈ ਉਹ ਵੀ ਬੂਸਟ ਹੋਏਗਾ, ਹਿੰਮਤ ਆਏਗੀ, ਅੰਦਰ ਹਿੰਮਤ ਆਏਗੀ, ਤੇ ਅੰਦਰ ਦਾ ਜਿਹੜੀ ਬਿਮਾਰੀ ਹੈ ਉਹ ਵੀਕ ਹੋਏਗੀ। ਤੇ ਜਿਉਂ-ਜਿਉਂ ਆਪਣੀ ਇਮਿਊਨਿਟੀ ਸਟਰੋਂਗ ਹੁੰਦੀ ਚਲੇਗੀ, ਇਨਸਾਨ ਜਿਹੜਾ ਉਹ ਤੰਦਰੁਸਤ ਹੋ ਜਾਏਗਾ। ਤੇ ਜੇ ਅਜਿਹਾ ਹੁੰਦਾ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਰਿਹਾ। ਸਾਡੇ ਚੈਨਲ ਨੂੰ, ਸਾਡੇ ਫੇਸਬੁੱਕ ਪੇਜ ਨਿਊਜ਼ ਏਸ਼ੀਆ ਪੰਜਾਬੀ ਨੂੰ ਲਾਈਕ, ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।